ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਰੋਬਿਆ ਧੰਜਲ। ਅਜੀਤ ਬੁਲੇਟਿਨ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਤੇ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਭਾਰਤ ਜੋੜੋ ਯਾਤਰਾ ਦੇ 100 ਦਿਨ, ਰਾਹੁਲ ਬੋਲੇ ਚੀਨ ਜੰਗ ਦੀ ਤਿਆਰੀ 'ਚ ਸਾਡੀ ਸਰਕਾਰ ਮੰਨਣ ਲਈ ਤਿਆਰ ਨਹੀਂ। ਤਰਨਤਾਰਨ ਆਰਪੀਜੀ ਮਾਮਲਾ ਸੁਲਝਾਇਆ, ਲਖਬੀਰ ਲੰਡਾ ਅਤੇ ਸਤਬੀਰ ਸੱਤਾ ਨਿਕਲੇ ਮਾਸਟਰਮਾਈਂਡ। ਸਾਬਕਾ ਮੰਤਰੀ ਆਸ਼ੂ ਦੇ ਪੀਏ ਮੀਨੂ ਮਲਹੋਤਰਾ ਵੱਲੋਂ ਆਤਮ ਸਮਰਪਣ। ਰਾਘਵ ਚੱਡਾ ਨੇ ਬੇਅਦਬੀ ਦੇ ਮੁੱਦੇ ਉੱਤੇ ਸੰਸਦ ਵਿੱਚ ਚਰਚਾ ਦੀ ਕੀਤੀ ਮੰਗ, ਰਾਜ ਸਭਾ ਸਪੀਕਰ ਵੱਲੋਂ ਇਨਕਾਰ। ਮੋਹਾਲੀ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਦਾ ਟ੍ਰਾਂਜਿਟ ਰਿਮਾਂਡ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਅਹਿਮ ਖਬਰਾਂ। ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੇ ਅੱਜ 100 ਦਿਨ ਪੂਰੇ ਕਰ ਲਏ ਨੇ। 7 ਸਤੰਬਰ ਨੂੰ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ਹੁਣ ਰਾਜਸਥਾਨ ਪਹੁੰਚ ਗਈ ਹੈ। ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੈਪੁਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਰਾਜਸਥਾਨ ਵਿੱਚ ਸਿਆਸੀ ਸੰਕਟ ਉੱਤੇ ਵੱਡਾ ਬਿਆਨ ਦਿੱਤਾ। ਰਾਹੁਲ ਨੇ ਕਿਹਾ ਕਿ ਰਾਜਸਥਾਨ ਵਿੱਚ ਕੋਈ ਅਨਿਸ਼ਚਿਤਤਾ ਵਾਲੀ ਸਥਿਤੀ ਨਹੀਂ ਹੈ, ਸਾਡੀ ਪਾਰਟੀ ਵਿੱਚ ਕੋਈ ਵਿਵਾਦ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦੀ ਬਿਆਨਬਾਜ਼ੀ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਜਦੋਂ 2023 ਦੀਆਂ ਚੋਣਾਂ ਉੱਤੇ ਸਵਾਲ ਉਠਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਦਾ ਪ੍ਰਧਾਨ ਨਹੀਂ ਹਾਂ, ਖੜਗੇ ਜੀ ਨੂੰ ਪੁੱਛੋ। ਉੱਥੇ ਹੀ ਚੀਨ ਮੁੱਦੇ ਉੱਤੇ ਵੀ ਰਾਹੁਲ ਦੇ ਤਿੱਖੇ ਤੇਵਰ ਨਜ਼ਰ ਆਏ ਤੇ ਇਸ ਦੌਰਾਨ ਰਾਹੁਲ ਨੇ ਕਿਹਾ ਕਿ ਚੀਨ ਜੰਗ ਦੀ ਤਿਆਰੀ ਕਰ ਰਿਹਾ ਹੈ ਤੇ ਸਾਡੀ ਸਰਕਾਰ ਇਹ ਮੰਨਣ ਲਈ ਤਿਆਰ नहीं है। ऐसे मैं आपसे शर्त लगा लेता हूं कि प्रेस वाले आज सब सवाल पूछेंगे, आगे पीछे दाएं बाएं, यात्रा, सचिन पायलट, अशोक गहलोत, सब पूछेंगे। मगर चाइना के बारे में एक सवाल नहीं पूछा जाएगा। जिन्होंने 2000 स्क्वायर किलोमीटर हिंदुस्तान का उठा लिया, जिन्होंने हिंदुस्तान के 20 जवानों को शहीद किया, जो हमारे जवानों को अरुणाचल प्रदेश में पीट रहे हैं, मैंने कहा हिंदुस्तान की प्रेस मुझसे इनके बारे में एक सवाल नहीं पूछेगी। सच था ब्रदर, देश देख रहा है, ये मत सोचिए कि नहीं देख रहा है। राहुल जी, विजय लक्ष्मी इधर। राहुल जी, मैं चाइना पर ही पूछना चाह रही हूँ। अब आप पूछ रहे हैं चाइना पर? नहीं राहुल जी, हम पूछ रही है। नहीं, मैं चाइना पर ही अब याद आया चाइना। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਵਿਦੇਸ਼ 'ਚ ਚਲਾਏ ਜਾ ਰਹੇ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕਰਦਿਆਂ ਤਰਨਤਾਰਨ ਰਾਕੇਟ ਪ੍ਰੋਪੈਲਡ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ 1 ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ ਤੇ ਇਸ ਮਾਮਲੇ ਦੇ ਵਿੱਚ 2 ਨਾਬਾਲਗ ਜਿਨ੍ਹਾਂ ਨੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਰਹਾਲੀ ਦੀ ਇਮਾਰਤ ਉੱਤੇ 9 ਦਸੰਬਰ ਨੂੰ ਰਾਤ 11:18 ਦੇ ਕਰੀਬ ਅੱਤਵਾਦੀ ਹਮਲਾ ਕੀਤਾ ਸੀ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਅੱਤਵਾਦੀ ਹਮਲੇ ਦੀ ਸਾਜ਼ਿਸ਼ ਵਿਦੇਸ਼ ਰਹਿੰਦੇ ਲੁੜੀਂਦੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ, ਹਰੀਕੇ, ਸਤਬੀਰ ਸਿੰਘ ਉਰਫ ਸੱਤਾ ਅਤੇ ਗੁਰਦੇਵ ਉਰਫ ਜੈਸਲ ਵੱਲੋਂ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਬੰਦ ਅਜਮੀਤ ਸਿੰਘ ਦੀ ਮਦਦ ਦੇ ਨਾਲ ਰਚੀ ਗਈ ਸੀ। ਪੰਜਾਬ ਪੁਲਿਸ ਨੇ ਸਰਹਾਲੀ ਆਰਪੀਜੀ ਅਟੈਕ ਕੇਸ ਨੂੰ ਸੋਲਵ ਕਰ ਲਿਆ ਹੈ। ਇਸ ਦੇ ਵਿੱਚ 6 ਗ੍ਰਿਫਤਾਰੀਆਂ ਹੋਈਆਂ ਤੇ ਇੱਕ ਟੈਰਰਿਸਟ ਮੋਡਿਊਲ ਜਿਹੜਾ ਸਾਡੇ ਗਵੰਡੀ ਦੇਸ਼ ਤੋਂ ਕੰਟਰੋਲ ਹੋ ਰਿਹਾ ਸੀਗਾ ਫੋਰਨ ਬੇਸਡ ਹੈਂਡਲਰਸ ਦੇ ਥਰੂ ਨੂੰ ਬਸਟ ਕੀਤਾ ਗਿਆ ਹੈ। ਇਸ ਦੇ ਵਿੱਚ ਟੋਟਲ 6 ਗ੍ਰਿਫਤਾਰੀਆਂ ਹੁਣ ਤੱਕ ਹੋਈਆਂ ਤੇ ਇੱਕ ਸ਼ਖਸ ਜਿਹੜਾ ਜੇਲ੍ਹ ਦੇ ਵਿੱਚ ਸੀਗਾ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੋਂ ਲਿਆਂਦਾ ਗਿਆ ਹੈ। ਇਹ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਇਨੀਸ਼ੀਅਲ ਫੋਰੈਂਸਿਕ ਇਨਵੈਸਟੀਗੇਸ਼ਨ ਦੇ ਵਿੱਚ ਸੋਵੀਅਤ ਏਰਾ ਦਾ 70 mm ਕੈਲੀਬਰ RPG 26 ਵਰਤਿਆ ਗਿਆ ਸੀਗਾ, ਸਿੰਗਲ ਯੂਜ਼ ਸੀਗਾ ਜੀ। ਤੇ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਿਆ ਕਿ ਕੈਨੇਡਾ ਬੇਸਡ ਲਖਬੀਰ ਸਿੰਘ ਲੰਡਾ ਹਰੀਕੇ ਤੇ ਯੂਰਪ ਦੇ ਵਿੱਚ ਉਹਦੇ 2 ਹੈਂਡਲਰ ਸਤਵੀਰ ਸਿੰਘ ਸੱਤਾ ਨੌਸ਼ੇਰਾ ਪਨਵਾਦਾ ਤੇ ਗੁਰਦੇਵ ਸਿੰਘ ਜੱਸਲ ਚੰਬਲ ਪਿੰਡ ਸਰਹਾਲੀ ਦਾ ਇਹ ਮਾਸਟਰਮਾਈਂਡ ਸੀਗੇ। ਅਜਮੀਤ ਸਿੰਘ ਜਿਹੜਾ ਇਸ ਮੋਡਿਊਲ ਦਾ ਮੈਂਬਰ ਜਿਹੜਾ ਅਕਤੂਬਰ ਦੇ ਵਿੱਚ ਅਰੈਸਟ ਹੋਇਆ ਸੀਗਾ, ਅੰਮ੍ਰਿਤਸਰ ਪੁਲਿਸ ਨੇ ਅਰੈਸਟ ਕੀਤਾ ਸੀ, ਉਹ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਕੋਆਰਡੀਨੇਟ ਕਰ ਰਿਹਾ ਸੀਗਾ। ਇਸ ਦੇ ਵਿੱਚ ਜਿਹੜੇ ਮੁਲਜ਼ਮ ਅਰੈਸਟ ਹੋਏ ਹੈਗੇ ਗੁਰਪ੍ਰੀਤ ਸਿੰਘ ਏਲੀਅਸ ਗੋਪੀ ਨੰਬਰਦਾਰ, ਇਹ ਨੌਸ਼ੇਰਾ ਪਨਵਾਦਾ ਹੈਗਾ। ਗੁਰਲਾਲ ਸਿੰਘ ਗਹਿਲਾ ਚੋਲਾ ਸਾਹਿਬ ਪਿੰਡ ਦਾ ਹੈਗਾ। ਗੁਰਲਾਲ ਸਿੰਘ ਲਾਲੀ ਥਟੀਆ ਮਹੰਤਾ PS ਸਰਹਾਲੀ। 2 ਜੁਵੇਨਾਈਲਸ ਹੈਗੇ ਜੀ ਜਿਨ੍ਹਾਂ ਦੇ ਨਾਂ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਜਿਨ੍ਹਾਂ ਨੇ ਐਕਚੁਅਲ ਅਟੈਕ ਕੈਰੀ ਔਨ ਕੀਤਾ ਸੀਗਾ। ਤੇ ਜੋਬਨਪ੍ਰੀਤ ਸਿੰਘ ਜੋਬਨ, ਇਹ ਵੀ ਨੌਸ਼ੇਰਾ ਪਨਵਾਦਾ। ਤੋਂ ਇਹ 4 ਜਿਹੜੇ ਮੋਡਿਊਲ ਮੈਂਬਰਸ ਹੈਗੇ, ਸੱਤਾ ਹੋ ਗਿਆ, ਅਜਮੀਤ ਜਿਹੜਾ ਜੇਲ੍ਹ ਦੇ ਵਿੱਚ ਬੈਠਿਆ ਹੈ
ਤੇ ਗੋਪੀ ਨੰਬਰਦਾਰ ਅਤੇ ਜੋਬਨ ਆਲ 4 ਵਰ ਫਰੋਮ ਨੌਸ਼ੇਰਾ ਵਨ ਵਿਲੇਜ ਐਡਜੋਇਨਿੰਗ ਏਰੀਆਜ਼ ਹੈਗੇ। ਤੇ ਇਨਵੈਸਟੀਗੇਸ਼ਨ 'ਚ ਆਇਆ ਕਿ ਇਸ ਦਾ ਮਾਸਟਰਮਾਈਂਡ ਜਿਹੜੇ ਗਵੰਡੀ ਦੇਸ਼ ਦੀ ਖੁਫੀਆ ਏਜੰਸੀ ਦੇ ਡਾਇਰੈਕਸ਼ਨਸ ਤੇ ਲਖਬੀਰ ਲੰਡਾ ਜਿਹੜਾ ਟੈਰਰਿਸਟ ਕੈਨੇਡਾ ਦੇ ਵਿੱਚ ਬੈਠਿਆ, ਉਹ ਇਸ ਮੋਡਿਊਲ ਦਾ ਮਾਸਟਰਮਾਈਂਡ ਸੀ। ਵਿਜੀਲੈਂਸ ਵੱਲੋਂ ਦਰਜ ਕੀਤੇ ਅਨਾਜ ਦੀ ਢੋਆ-ਢੁਆਈ ਦੇ ਕੇਸ ਦੀ ਮੁਲਜ਼ਮ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਵਜੋਂ ਕੰਮ ਕਰਨ ਵਾਲੇ ਪੰਕਜ ਮੀਨੂ ਮਲਹੋਤਰਾ ਨੇ ਵਿਜੀਲੈਂਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੇਸ ਵਿੱਚ ਕੁੱਲ 17 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਇਹਨਾਂ ਦੇ ਵਿੱਚੋਂ 6 ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਨੇ ਤੇ ਮੁਲਜ਼ਮਾਂ ਦੇ ਵਿੱਚੋਂ ਇੱਕ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ, ਜਦਕਿ ਮੀਨੂ ਮਲਹੋਤਰਾ ਅਤੇ ਇੰਦਰਜੀਤ ਸਿੰਘ ਇੰਦੀ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਜਾਰੀ ਸੀ। ਇਸ ਦੌਰਾਨ ਮੀਨੂ ਮਲਹੋਤਰਾ ਨੇ ਅੱਜ ਵਿਜੀਲੈਂਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ, ਜਿਸ ਨੂੰ ਭਲਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਦੂਸਰੇ ਪਾਸੇ ਇੰਦਰਜੀਤ ਇੰਦੀ ਨੂੰ ਗ੍ਰਿਫਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ। हाँ पंकज कुमार मीनू है। पंकज कुमार मीनू जो एक्स मिनिस्टर है उन्होंने प्राइवेट तौर पर पीए सी और काफ़ी देर तो फरार चले आ रहा सी और पीओ की कार्रवाई भी चल रही सी। और अज इन्हें सरेंडर करता है प्रैशर च आके, क्योंकि साढ़े वालों लगातार कोशिशें जारी सी, रेड कर रहे थे और 23/11 वास्ते 23/12 वास्ते इन्होंने वारंट भी जारी इश्तिहार जारी होए सी और 23/12 ਨੂੰ इन्होंने पीओ बनना सीगा इंदी और मीनू ने। तो वो मीनू पंकज मल्होत्रा उर्फ मीनू मल्होत्रा ये अज इन्होंने सरेंडर करता और इन्हूं असीं अरैसट कर लिया है। आफ्टर पुछगिछ तो बाद कल असीं कोर्ट 'ਚ पेश करांगे। कल पेश करांगे जी टाइम नाल। सर किसी पुराने आरोपी ਨੂੰ ਵੀ ਜਿਹੜਾ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਵੀ ਲੈ ਕੇ ਆਉਂਗੇ ਜੀ ਕੋਈ नहीं हजे नहीं, वो इन्वेस्टिगेशन देखांगे जो भी करना होया जी। मैं अपना कल ਨੂੰ ਅਸੀਂ ਕੋਰਟ 'ਚ पेश करांगे। ਸਰ ਇੱਕ ਰਿਕਾਰਡ ਦੀ ਗੱਲ ਆ ਰਹੀ ਸੀ, ਕੁਝ ਤੱਥ ਪੇਸ਼ ਕੀਤੇ ਜਾਣੇ ਸੀਗੇ, ਉਹ ਕੀਤੇ ਗਏ ਜੀ? देखो जी इन्वेस्टिगेशन 'ਚ जो भी ਅੱਗੇ ਆਏਗਾ ਕੋਰਟ ਨੂੰ ਅਸੀਂ ਕੱਲ ਦੱਸ ਦਿਆਂਗੇ। ਬਾਕੀ ਸਾਰੇ ਤੁਹਾਨੂੰ ਦੱਸਤਾ ਵੀ ਅਰੈਸਟ ਕਰ ਲਿਆ ਹੈਗਾ, ਕੱਲ ਨੂੰ ਪੇਸ਼ ਕਰਾਂਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਲੈ ਕੇ ਸੰਸਦ ਦੇ ਵਿੱਚ ਇਹ ਮੁੱਦਾ ਚੁੱਕਿਆ ਹੈ। ਰਾਘਵ ਚੱਡਾ ਨੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਨੇ ਇੱਕ ਪੱਤਰ ਜਾਰੀ ਕਰਦਿਆਂ ਕਿਹਾ, ਸਦਨ ਨੂੰ ਬੇਅਦਬੀ ਦੇ ਵਧੇ ਮਾਮਲਿਆਂ ਉੱਤੇ ਚਰਚਾ ਕਰਨ ਦੇ ਲਈ ਨਿਯਮ 29 ਦੇ ਤਹਿਤ ਸੂਚੀਬੱਧ ਕਾਰੋਬਾਰ ਨੂੰ ਮੁਅੱਤਲ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪ ਸੰਸਦ ਰਾਘਵ ਚੱਡਾ ਨੇ ਬੇਅਦਬੀ ਦੇ ਮੁੱਦੇ ਉੱਤੇ ਸੰਸਦ ਵਿੱਚ ਚਰਚਾ ਦੀ ਮੰਗ ਕੀਤੀ, ਪਰ ਰਾਜ ਸਭਾ ਸਪੀਕਰ ਨੇ ਇਨਕਾਰ ਕਰ ਦਿੱਤਾ। Except the notice of Sri Raghav Chadha, all the other notices received today for under 267, none of the other notices have referred about the rules which are required to be suspended. Further, even if this technical requirement of mentioning the relevant rule is fulfilled, the consent of Honorable Chairman is required for raising the issue in the House. Kindly cooperate and allow the House to proceed with the listed business. Now, no other business. Now, 0 hour, Sri Muhammad Nadimul Haq. Honorable Muhammad Nadimul Haq. No. Sir, no. I would like no to discussion on 267. प्लीज राघव जी, प्लीज बैठ जाए, प्लीज। राजदीप सुरजेवाला जी, प्लीज आप 1 मिनट बैठेंगे। मैं आग्रह कर रहा हूँ चेयर से खड़े होकर के, प्लीज टेक योर सीट। राघव जी प्लीज आप पहले एक मैं आप ही की तरफ देख रहा हूँ और बता रहा हूँ, प्लीज एक बार सीट लीजिए। माननीय सदस्यगण ਜ਼ਿਲ੍ਹਾ ਪੁਲਿਸ ਦੇ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 2 ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਵਿੱਚ ਉਸ ਨੂੰ ਮਾਣਯੋਗ ਸੀਜੇਐਮ ਰਾਜਪਾਲ ਸਿੰਘ ਰਾਵਤ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਸੁਣਵਾਈ ਦੌਰਾਨ ਮੋਹਾਲੀ ਪੁਲਿਸ ਨੇ ਗੈਂਗਸਟਰ ਲਾਰੈਂਸ ਦਾ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ਉੱਤੇ ਮੋਹਾਲੀ ਦੇ ਥਾਣਾ ਸੋਹਾਣਾ ਵਿੱਚ ਦਰਜ ਇੱਕ ਮਾਮਲੇ ਦੇ ਵਿੱਚ ਲਾਰੈਂਸ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ। ਦੱਸਦੀ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਲਾਰੈਂਸ ਬਿਸ਼ਨੋਈ ਗੈਂਗਸਟਰ ਨੂੰ 2021 ਦੇ ਇੱਕ ਫਿਰੌਤੀ ਦੇ ਮਾਮਲੇ ਦੇ ਵਿੱਚ ਲੈ ਕੇ ਆਈ ਸੀ। ਮਾਮਲੇ ਦੇ ਮੁਤਾਬਕ 22 ਮਾਰਚ 2021 ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਇੱਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ 3 ਨੰਬਰਾਂ ਤੋਂ ਕਾਲ ਕਰਕੇ ਉਸ ਤੋਂ 30 ਲੱਖ ਰੁਪਏ ਦੀ ਫਿਰੌਤੀ ਅਤੇ ਧਮਕੀ ਦਿੱਤੀ ਜਾ ਰਹੀ ਹੈ। ਅੱਜ ਜਿਹੜੇ ਮੁਕੱਦਮੇ ਦੇ ਵਿੱਚ ਪੁਲਿਸ ਰਿਮਾਂਡ ਤੇ ਲਾਰੈਂਸ ਬਿਸ਼ਨੋਈ ਚੱਲ ਰਿਹਾ ਸੀ, ਪੁਲਿਸ ਮੁਤਾਬਕ ਅੱਜ ਮਾਨਯੋਗ ਸੀਜੀਐਮ ਸਾਹਿਬ ਦੀ ਕੋਰਟ ਦੇ ਵਿੱਚ ਉਹਨੂੰ ਫਿਰ ਤੋਂ ਪੇਸ਼ ਕੀਤਾ ਗਿਆ। ਪੁਲਿਸ ਰਿਮਾਂਡ ਖਤਮ ਹੋ ਗਿਆ ਸੀਗਾ
ਤੇ ਉਹਦੇ 'ਚ ਇਹਨਾਂ ਕੰਨਿਓ ਰਿਕੁਐਸਟ ਕੀਤੀ ਗਈ ਵੀ ਸਾਡਾ ਜਿਹੜਾ ਪੁਲਿਸ ਰਿਮਾਂਡ ਖਤਮ ਹੋ ਗਿਆ, ਤਫਤੀਸ਼ ਸਾਡੀ ਮੁਕੰਮਲ ਹੋ ਗਈ ਹੈ। ਜਿਹੜੀ FIR ਦੇ ਵਿੱਚ ਅੱਜ ਇਹ ਪੁਲਿਸ ਰਿਮਾਂਡ ਖਤਮ ਹੋਇਆ, ਉਹਦੀ ਤਫਤੀਸ਼ ਮੁਕੰਮਲ ਹੋ ਗਈ ਹੈ ਤੇ ਉਹਦੇ 'ਚ ਜੁਡੀਸ਼ੀਅਲ ਕਸਟਡੀ ਦਾ ਇਹਨਾਂ ਨੇ ਰਿਕੁਐਸਟ ਕੀਤੀ ਸੀ ਤੇ ਉਹ ਮਾਨਯੋਗ ਜੱਜ ਸਾਹਿਬ ਨੇ ਜੁਡੀਸ਼ੀਅਲ ਆਰਡਰ ਦਾ ਜਿਹੜਾ ਜੁਡੀਸ਼ੀਅਲ ਕਸਟਡੀ ਦਾ ਆਰਡਰ ਕਰਤਾ ਹੈ ਇਸ FIR ਦੇ ਵਿੱਚ। ਸਰ ਕੋਈ ਤੱਥ ਸਾਹਮਣੇ ਆਏ ਪੰਜਾਬ ਪੁਲਿਸ ਵੱਲੋਂ, ਮੁਕਤਸਰ ਪੁਲਿਸ ਵੱਲੋਂ ਕੋਈ ਤੱਥ ਸਾਹਮਣੇ ਰੱਖੇ ਗਏ? ਕੀ ਇਨਵੈਸਟੀਗੇਸ਼ਨ ਹੋਈ? ਨਹੀਂ, ਦੇਰ ਹੈਜ਼ ਬੀਨ ਫਿਊਟਾਈਲ ਐਕਸਰਸਾਈਜ਼। ਜਿੰਨਾ ਦਿਨ ਰਿਮਾਂਡ ਲਿਆ ਉਹਦੇ 'ਚ ਕੋਈ ਵੀ ਆਊਟਪੁੱਟ ਜਿਹੜੀ ਕ੍ਰੈਡੀਬਲ ਹੈ ਉਹ ਸਾਹਮਣੇ ਨਹੀਂ ਆਏਗੀ, ਕਿਉਂਕਿ ਇਸ ਫਰੌਤੀ ਦੇ ਜਿਹੜਾ ਮੁਕੱਦਮੇ ਦੇ ਵਿੱਚ ਕਿਹਾ ਗਿਆ ਸੀ ਵੀ ਵਾਇਸ ਓਵਰ ਇੰਟਰਨੈਟ ਰਾਹੀਂ ਜਿਹੜਾ ਸੰਪਰਕ ਕੀਤਾ ਗਿਆ ਸੀ, ਉਹਦੇ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕ੍ਰੈਡੀਬਲ ਐਵੀਡੈਂਸ ਜਾਂ ਪ੍ਰੂਫ ਜਿਹੜਾ ਇੰਨੇ ਦਿਨ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਵੀ ਜਿਹਦੀ ਉਹਦੀ ਆਊਟਪੁੱਟ ਬਾਹਰ ਨਹੀਂ ਆਏਗੀ ਕੋਈ ਵੀ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਘੱਟੋ-ਘੱਟ ਸਮਰਥਨ ਮੁੱਲ ਕਮੇਟੀ ਅਤੇ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ CACP ਕਮੇਟੀ ਵਿੱਚ ਪੰਜਾਬ ਨੂੰ ਨੁਮਾਇੰਦਗੀ ਨਾ ਦਿੱਤੇ ਜਾਣ ਤੇ ਅੱਜ ਸੰਸਦ ਵਿੱਚ ਆਪਣਾ ਵਿਰੋਧ ਦਰਜ ਕਰਵਾਇਆ। ਵਿਕਰਮਜੀਤ ਨੇ ਉਦੋਂ ਦਖਲ ਦਿੱਤਾ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਸੰਸਦ ਵਿੱਚ MSP ਨਾਲ ਸੰਬੰਧਿਤ ਸਵਾਲ ਦਾ ਜਵਾਬ ਦੇ ਰਹੇ ਸਨ। ਵਿਕਰਮਜੀਤ ਨੇ ਦੱਸਿਆ ਕਿ ਜੰਮੂ ਕਸ਼ਮੀਰ ਅਤੇ ਮੱਧ ਪ੍ਰਦੇਸ਼ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ MSP ਕਮੇਟੀ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਹੈ, ਜਦਕਿ ਕਰਨਾਟਕ, ਆਂਧਰਾ ਪ੍ਰਦੇਸ਼, ਸਿੱਕਮ ਅਤੇ ਉੜੀਸਾ ਦੇ ਖੇਤੀਬਾੜੀ ਵਿਭਾਗਾਂ ਦੇ ਕਮਿਸ਼ਨਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਕਮੇਟੀ ਵਿੱਚ ਪੰਜਾਬ ਦਾ ਕੋਈ ਪ੍ਰਤੀਨਿਧ ਨਾ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਅਤੇ ਨਾ ਹੀ ਪੰਜਾਬ ਦੇ ਖੇਤੀਬਾੜੀ ਕਮਿਸ਼ਨਰ ਸ਼ਾਮਿਲ ਨਹੀਂ ਕੀਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਪਠਾਨਕੋਟ ਦੇ ਚੱਕੀ ਦਰਿਆ ਰਾਹੀਂ ਨਸ਼ਾ ਤਸਕਰ ਹਿਮਾਚਲ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਹੇ ਹਨ, ਜਿਸ ਨੂੰ ਲੈ ਕੇ ਕਈ ਵਾਰ ਸਥਾਨਕ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਤੇ ਜਿਸ ਦੇ ਬਾਵਜੂਦ ਪੁਲਿਸ ਵੱਲੋਂ ਕਈ ਵਾਰ ਕਾਰਵਾਈ ਕਰਨ ਤੋਂ ਬਾਅਦ ਵੀ ਨਸ਼ਾ ਤਸਕਰੀ ਕਰਨ ਤੋਂ ਪਿੱਛੇ ਨਹੀਂ ਹਟੇ ਤੇ ਹੁਣ ਪਠਾਨਕੋਟ ਅਤੇ ਹਿਮਾਚਲ ਪੁਲਿਸ ਨੇ ਸਾਂਝਾ ਆਪਰੇਸ਼ਨ ਚਲਾ ਕੇ ਨਸ਼ਾ ਤਸਕਰੀ ਉੱਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਤੇ ਚੱਕੀ ਦਰਿਆ ਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਦਿਖਾਇਆ ਗਿਆ ਸੀ ਕਿ ਹਿਮਾਚਲ ਤੋਂ ਪੰਜਾਬ ਦੇ ਵਿੱਚ ਨਸ਼ੇ ਭੇਜੇ ਜਾ ਰਹੇ ਨੇ, ਜਿਸ ਕਾਰਨ ਅਸੀਂ ਹਿਮਾਚਲ ਅਤੇ ਪੰਜਾਬ ਪੁਲਿਸ ਨੇ ਸਾਂਝਾ ਆਪਰੇਸ਼ਨ ਕੀਤਾ ਹੈ, ਜਿਸ ਦੇ ਚੱਲਦਿਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਮਾਨਯੋਗ SSP ਸਰ ਪਠਾਨਕੋਟ ਦੇ ਦਿਸ਼ਾ ਨਿਰਦੇਸ਼ 'ਚ ਅਸੀਂ ਆਪਣੇ ਜਿਹੜਾ ਪੰਜਾਬ ਵਾਲੀ ਸਾਈਡ ਆ ਉੱਥੇ ਅਸੀਂ ਰੈਗੂਲਰ ਚੈਕਿੰਗ ਵਗੈਰਾ ਚਲਾਉਂਦੇ ਹਾਂ, ਚੱਕੀ ਦੇ ਏਰੀਏ 'ਚ ਰੈਗੂਲਰ ਪੈਟਰੋਲਿੰਗ ਕਰਦੇ ਹਾਂ। ਰੀਸੈਂਟਲੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ 'ਚ ਸਾਨੂੰ ਦਿਖਾਇਆ ਗਿਆ ਕਿ ਇਸ ਪਾਸਿਓਂ ਕਾਫੀ ਜ਼ਿਆਦਾ ਇਹ ਸਪਲਾਈ ਕਰਦੇ। ਸੋ ਅਸੀਂ ਇਹਨਾਂ ਦੇ ਜਿਹੜਾ SHO ਡਮਟਾਲ ਆ ਉਹਨਾਂ ਨਾਲ ਮੈਂ ਕੰਟੈਕਟ ਕੀਤਾ ਸੀਨੀਅਰ ਅਫਸਰਾਂ ਦੀ ਨੌਲੇਜ ਲਿਆ ਕੇ, ਤੇ ਅੱਜ ਅਸੀਂ ਇੱਥੇ ਜੁਆਇੰਟ ਇੱਕ ਆਪਰੇਸ਼ਨ ਚਲਾਇਆ ਹੈ ਹਿਮਾਚਲ ਪੁਲਿਸ ਦੇ ਨਾਲ, ਜਿੱਥੇ ਅਸੀਂ ਜਿਹੜੇ ਘਰ ਇੱਥੇ ਨੇੜੇ ਲੱਗਦੇ ਉਹਨਾਂ ਦੀ ਸਰਚ ਕੀਤੀ ਹੈ, ਆਲੇ ਦੁਆਲੇ ਦਾ ਏਰੀਆ ਚੈੱਕ ਕੀਤਾ ਹੈ। ਦੋਵੇਂ ਟੀਮਾਂ ਨੇ ਇਕੱਠੇ ਰਲ ਕੇ ਚੈੱਕ ਕੀਤਾ ਤੇ ਇਹਦੇ ਵਿੱਚ ਸਾਨੂੰ ਆਲਮੋਸਟ 250 ਪੈਕੇਟ ਆ ਜਿਹੜੇ ਇਲਿਸਿਟ ਲਿਕਰ ਦੇ ਉਹ ਰਿਕਵਰ ਹੋਏ ਆ ਤੇ ਜਗ੍ਹਾ ਜਗ੍ਹਾ ਤੇ ਜਿੱਥੇ ਇਹਨਾਂ ਨੇ ਤਾਰ ਪਾਈ ਸੀਗੀ ਉਹ ਤਾਰ ਅਸੀਂ ਰਿਮੂਵ ਕਰਵਾਈ ਹੈ। ਤੇ ਹੁਣ ਫਰਦਰ ਅਸੀਂ ਇਹਦੇ ਬਾਰੇ ਸੋਚ ਰਹੇ ਹਾਂ ਕਿ ਇੱਕ ਰੈਗੂਲਰ ਇਸ ਏਰੀਆ ਦੇ ਵਿੱਚ ਅਸੀਂ ਆਪਣੀ ਪੈਟਰੋਲਿੰਗ ਕਰਾਂਗੇ, ਐਵਰੀ ਸਿੰਗਲ ਡੇ ਜੁਆਇੰਟ ਪੈਟਰੋਲਿੰਗ ਹੋਊਗੀ ਹਿਮਾਚਲ ਪੁਲਿਸ ਦੇ ਨਾਲ। ਐਂਡ ਸੈਕੰਡਲੀ ਇੱਕ ਅਸੀਂ ਇੱਥੇ ਨਾਕਾ ਡਿਪਿਊਟ ਕਰਨ ਦੀ ਪਰਮਿਸ਼ਨ ਲਵਾਂਗੇ, ਜਿੱਥੇ ਕਿ ਇੱਕ ਜੁਆਇੰਟ ਨਾਕਾ ਹੋਵੇ ਹਿਮਾਚਲ ਪੁਲਿਸ ਐਂਡ ਪੰਜਾਬ ਪੁਲਿਸ ਦਾ, ਸੋ ਦੈਟ ਕਿ ਆ ਜਿਹੜਾ ਕੰਮ ਇੱਧਰ ਚੱਲ ਰਿਹਾ ਇਹਨੂੰ ਪਰਮਾਨੈਂਟਲੀ ਬੰਦ ਕੀਤਾ ਜਾਵੇ। ਪੰਜਾਬ ਦੇ ਕੱਚੇ ਬੱਸ ਕਾਮੇ ਮੈਨੇਜਮੈਂਟ ਵੱਲੋਂ ਡਰਾਈਵਰਾਂ ਦੀ ਭਰਤੀ ਵਿੱਚ ਸਹੀ ਪ੍ਰਕਿਰਿਆ ਨਾ ਅਪਣਾਉਣ ਦਾ ਦੋਸ਼ ਲਗਾਉਂਦੇ ਹੜਤਾਲ ਉੱਤੇ ਚਲੇ ਗਏ ਨੇ। ਹੜਤਾਲ ਕਾਰਨ ਸੂਬੇ ਦੇ 18 ਬੱਸ ਡਿਪੂਆਂ ਦੀਆਂ 1900 ਦੇ ਕਰੀਬ ਬੱਸਾਂ ਸੜਕ ਉੱਤੇ ਨਹੀਂ ਉਤਰੀਆਂ। ਪਨਬਸ PRTC ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿਪੂ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹੀ ਹੈ। ਪ੍ਰਬੰਧਕਾਂ ਵੱਲੋਂ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਪਿਛਲੇ ਦਰਵਾਜ਼ੇ ਰਾਹੀਂ ਨਵੇਂ ਡਰਾਈਵਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਕਾਰਨ ਉਹਨਾਂ ਦੇ ਵੱਲੋਂ ਇਹ ਹੜਤਾਲ ਕੀਤੀ ਗਈ ਹੈ। ਅੱਜ ਜਿਹੜਾ ਸਾਡਾ ਬੰਦ ਦਾ ਪ੍ਰੋਗਰਾਮ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਣਾ ਮੁੱਖ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਦੇ ਵਿੱਚ ਬੜੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਆਊਟਸੋਰਸ ਜਿਹੜੀ ਹੈਗੀ ਉਹ ਪੰਜਾਬ ਦੇ ਸਾਰੇ ਸਰਕਾਰੀ ਮਹਿਕਮਿਆਂ 'ਚੋਂ ਖਤਮ ਕੀਤੀ ਜਾਊਗੀ, ਪਰ ਦੂਜੇ ਪਾਸੇ ਪੰਜਾਬ ਰੋਡਵੇਜ਼ ਜਿਹੜਾ ਸਰਕਾਰ ਦਾ ਸਰਕਾਰੀ ਅਦਾਰਾ, ਇਸ ਦੇ ਵਿੱਚ 28 ਡਰਾਈਵਰ ਬਿਨਾਂ ਕਿਸੇ ਪ੍ਰਕਿਰਿਆ ਤੋਂ ਚੋਰ ਮੋਰੀ ਰਾਹੀਂ ਬੈਕਡੋਰ ਐਂਟਰੀ ਰਾਹੀਂ ਜਿਹੜੇ ਨੇ ਉਹ ਧੱਕੇ ਨਾਲ ਆਊਟਸੋਰਸ ਰਾਹੀਂ ਜੁਆਇਨ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਹ ਡਰਾਈਵਰ ਜੇਕਰ ਜੁਆਇਨ ਕਰਦੇ ਨੇ ਕਿਤੇ ਨਾ ਕਿਤੇ ਜਿਹੜੇ ਆਮ ਲੋਕ ਇਹਨਾਂ ਬੱਸਾਂ 'ਚ ਸਫ਼ਰ ਕਰਦੇ ਨੇ ਉਹਨਾਂ ਦੀਆਂ ਕੀਮਤੀ ਜਾਨਾਂ ਦੇ ਨਾਲ, ਤੇ ਜਿਹੜੀ ਸਰਕਾਰ ਦੀ ਸੰਪਤੀ ਹੈ ਇੰਨੀਆਂ ਮਹਿੰਗੀਆਂ ਬੱਸਾਂ ਨੇ,
ਇਹਨਾਂ ਦਾ ਵੀ ਨੁਕਸਾਨ ਹੋਏਗਾ, ਕਿਉਂਕਿ ਉਹ ਡਰਾਈਵਰ ਜਿਹੜੇ ਨੇ ਨਾ ਤਾਂ ਉਹ ਕਿਸੇ ਪ੍ਰਕਿਰਿਆ ਦੇ ਵਿੱਚੋਂ ਲੰਘ ਕੇ ਆਏ ਨੇ, ਨਾ ਉਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਗਈ ਆ, ਸਿੱਧਾ ਉਹਨਾਂ ਨੂੰ ਬੈਕਡੋਰ ਐਂਟਰੀ ਰਾਹੀਂ ਕਰਕੇ ਉਹਨਾਂ ਨੂੰ ਰੂਟ ਡਿਊਟੀਆਂ ਤੇ ਕਰਤਾ ਹੈਗਾ। ਤੇ ਜਿੱਥੇ ਉਹਨਾਂ ਡਰਾਈਵਰਾਂ ਦਾ ਆਮ ਲੋਕਾਂ ਨੂੰ ਨੁਕਸਾਨ ਆ, ਉੱਥੇ ਹੀ ਸਾਡੇ ਜਿਹੜੇ ਕੱਚੇ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਨੌਕਰੀਆਂ ਕਰ ਰਹੇ ਨੇ, ਉਹਨਾਂ ਦੇ ਹੱਕਾਂ ਤੇ ਵੀ ਡਾਕਾ ਵੱਜ ਰਿਹਾ। ਸੋ ਮਜਬੂਰਨ ਸਾਨੂੰ ਕੱਲ ਦੁਪਹਿਰ ਤੋਂ ਉਸ ਭਰਤੀ ਨੂੰ ਰੋਕਣ ਲਈ ਬੰਦ ਕਰਨਾ ਪਿਆ। ਪੁਰਾਣਾ ਬਿਸ਼ਨ ਨਗਰ ਇਲਾਕੇ ਵਿੱਚ ਸ਼ੁੱਕਰਵਾਰ ਤੜਕਸਾਰ ਨੌਜਵਾਨ ਉੱਤੇ ਲੈਂਟਰ ਡਿੱਗਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਸ ਦਾ ਜਿਵੇਂ ਹੀ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ। ਇਸ ਮੌਕੇ ਪੁੱਜੀ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਦੇ ਵੱਲੋਂ ਲੋਕਾਂ ਦੀ ਸਹਾਇਤਾ ਦੇ ਨਾਲ ਨੌਜਵਾਨ ਨੂੰ ਮਲਬੇ 'ਚੋਂ ਕੱਢਿਆ ਗਿਆ ਤੇ ਤੁਰੰਤ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਪਹੁੰਚਾਇਆ ਗਿਆ। ਮੁੱਢਲੀ ਜਾਂਚ ਦੇ ਦੌਰਾਨ ਡਾਕਟਰਾਂ ਦੇ ਵੱਲੋਂ ਨੌਜਵਾਨ ਰਾਜਵੀਰ ਸਿੰਘ ਵਾਸੀ ਪੁਰਾਣਾ ਬਿਸ਼ਨ ਨਗਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਤੇ ਗੁਆਂਢੀ ਬੰਟੀ ਨੇ ਦੱਸਿਆ ਕਿ ਸਵੇਰੇ 4:30 ਵਜੇ ਅਚਾਨਕ ਉਹਨਾਂ ਨੂੰ ਬਹੁਤ ਤੇਜ਼ ਆਵਾਜ਼ ਆਈ ਤਾਂ ਸਾਰੇ ਗੁਆਂਢੀ ਬਾਹਰ ਨਿਕਲ ਆਏ ਸਨ ਤੇ ਉਹਨਾਂ ਨੇ ਦੇਖਿਆ ਕਿ ਨਾਲ ਵਾਲੇ ਘਰ ਲੈਂਟਰ ਡਿੱਗ ਪਿਆ ਹੈ ਤੇ ਉਕਤ ਨੌਜਵਾਨ ਮਲਬੇ ਦੇ ਹੇਠ ਦਬ ਗਿਆ ਹੈ। ਬਾਕੀ ਪਰਿਵਾਰ ਦੇ ਸਾਰੇ ਮੈਂਬਰ ਘਰ ਚੋਂ ਬਾਹਰ ਸਨ ਤੇ ਜੋ ਕਿ ਪੁੱਬਾ ਮਾਰ ਕੇ ਰੋ ਰਹੇ ਸਨ ਤੇ ਉਹਨਾਂ ਦੇ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਜਿਨ੍ਹਾਂ ਦੀ ਸਹਾਇਤਾ ਦੇ ਨਾਲ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਸੀ। ਇੱਥੇ ਜੀ ਇੱਕ ਨਾ ਕੰਸਟਰਕਸ਼ਨ ਚੱਲ ਰਹੀ ਸੀ, ਜਿਹੜੇ ਕਿ ਉਹ ਆਪਦਾ ਕੰਮ ਕਰ ਰਹੇ ਤੇ ਇਹਨਾਂ ਨੇ ਵੀ ਆਪਣਾ ਜਿਹੜਾ ਹੈ ਮਕਾਨ ਪੁਰਾਣਾ ਸੀ ਜੀ। ਬਾਕੀ ਮਕਾਨ ਤਾਂ ਸਾਰਾ ਠੀਕ ਆ, ਪਰ ਇਹ ਮਕਾਨ ਦੇ ਨਾ ਇੱਕ ਸੱਜਾ ਪਾਇਆ ਹੋਇਆ ਸੀ, ਜਿਹੜਾ ਕਿ ਉਹ ਸੱਜਾ ਗਿਰਨ ਕਰਕੇ ਇੱਕ ਬੰਦੇ ਦੀ ਰਾਤ ਸਵੇਰੇ ਤੜਕੇ 4 ਵਜੇ ਦੇ ਕਰੀਬ ਉਹਨੂੰ ਮਤਲਬ ਲੈ ਕੇ ਗਿਆ ਰਜਿੰਦਰਾ ਹਸਪਤਾਲ ਤੇ ਉੱਥੇ ਉਹਦੀ ਮੌਤ ਹੋ ਗਈ ਹੈ ਜੀ। ਕਿੰਨੀ ਉਮਰ ਸੀ ਮੁੰਡਾ, ਕੀ ਕਰਦਾ ਸੀ, ਕੌਣ ਕੌਣ ਰਹਿੰਦਾ ਸੀ ਉਰੇ? 24-25 ਸਾਲ ਦਾ ਮੁੰਡਾ ਸੀ ਜੀ। ਉਹ 3 ਭਰਾ ਉਰੇ ਰਹਿ ਰਹੇ ਸੀ ਤੇ ਆਪਣਾ ਦਿਹਾੜੀ ਵਗੈਰਾ ਕਰਕੇ ਤੇ ਤੀਸਰਾ ਇਹ ਨਵਾਂ ਆਇਆ ਸੀ, ਮਤਲਬ ਦਿਹਾੜੀ ਵਗੈਰਾ ਕਰਦੇ ਸੀ ਜੀ। ਝਾਰਖੰਡ ਦੇ ਪਚਵਾੜਾ ਤੋਂ ਕੋਲੇ ਦੀ ਰੇਲ ਗੱਡੀ ਸ਼ੁੱਕਰਵਾਰ ਨੂੰ ਪੰਜਾਬ ਦੇ ਰੋਪੜ ਥਰਮਲ ਪਲਾਂਟ ਪਹੁੰਚੀ। ਇੱਥੇ ਸੀਐਮ ਭਗਵੰਤ ਮਾਨ ਨੇ ਟ੍ਰੇਨ ਦਾ ਸਵਾਗਤ ਕੀਤਾ। ਪਚਵਾੜਾ ਤੋਂ ਕਰੀਬ 8 ਸਾਲ ਬਾਅਦ ਟ੍ਰੇਨ ਪੰਜਾਬ ਦੇ ਰੋਪੜ ਸਥਿਤ ਥਰਮਲ ਪਲਾਂਟ ਤੱਕ ਪਹੁੰਚੀ ਹੈ। ਇਸ ਦੇ ਨਾਲ ਹੀ PSPCL ਨੂੰ ਹੁਣ ਹਰ ਸਾਲ 600 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ। ਉੱਥੇ ਹੀ ਭਗਵੰਤ ਮਾਨ ਵੱਲੋਂ ਗੱਡੀ ਦਾ ਸਵਾਗਤ ਕਰਨ ਦੇ ਲਈ ਉਲੀਕੇ ਗਏ ਪ੍ਰੋਗਰਾਮ ਉੱਤੇ ਤੰਜ ਕੱਸਦਿਆਂ ਕਿਹਾ ਕਿ ਸ਼ੁਕਰ ਹੈ ਮੁੱਖ ਮੰਤਰੀ ਸਾਹਿਬ ਗੁਜਰਾਤ ਤੋਂ ਵਾਪਸ ਆਏ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕੁਝ ਕਰਕੇ ਵਿਖਾਵੇ ਤਾਂ ਸਵਾਗਤ ਕਰਾਂਗੇ, ਪਰ ਇਸ ਮਸਲੇ ਉੱਤੇ ਪਿਛਲੀਆਂ ਸਰਕਾਰਾਂ ਨੇ ਵੀ ਕਾਨੂੰਨੀ ਲੜਾਈ ਲੜੀ ਹੈ। ਕੋਈ ਇਤਰਾਜ਼ ਨਹੀਂ, ਸ਼ੁਕਰ ਕਰੋ ਵੀ ਗੁਜਰਾਤ ਤੋਂ ਆਏ ਨੇ। ਆਇਆ ਦਾ ਤੇ ਜਿਹੜੇ ਇਹ ਵੀ ਹੁਣ ਖਬਰ ਬਣਨ ਲੱਗੀ ਕਿ ਸਾਡੇ ਮੁੱਖ ਮੰਤਰੀ ਸਾਹਿਬ ਆਏ ਨੇ, ਕਿਉਂਕਿ ਆਮ ਤੌਰ ਤੇ ਹੀ ਰਹਿੰਦਾ ਕਿ ਮੁੱਖ ਮੰਤਰੀ ਸਾਹਿਬ ਗੁਜਰਾਤ ਨੇ। ਹੁਣ ਮੁੱਖ ਮੰਤਰੀ ਸਾਹਿਬ ਦਾ ਸੂਬੇ 'ਚ ਆਉਣਾ ਵੀ ਖਬਰ ਬਣ ਗਈ। ਜਿਵੇਂ ਸਾਹਿਬ ਇਹਦਾ ਕੋਲ ਰੈਕ ਜਿਹੜੇ ਆ ਰਹੇ ਨੇ, ਇਹਦਾ ਕੋਈ ਤੁਹਾਨੂੰ ਲੱਗਦਾ ਸੂਬੇ ਨੂੰ ਕੀ ਬੈਨੀਫਿਟ ਹੋਏਗਾ ਜਾਂ ਕੀ ਹੋਏਗਾ? ਦੇਖੋ ਗੱਲ ਇਹ ਹੈ, ਇਹ ਸਰਕਾਰ ਇਦਾਂ ਦੀ ਹੈ ਕਿ ਜਿਹੜੀ ਰੂਟੀਨ ਦੀ ਕੋਈ ਕਾਰਵਾਈ ਦੀ ਜਿਹੜੀ ਭਾਵੇਂ ਕੋਈ ਕੋਰਟ ਕੇਸ ਹੋਵੇ, ਕੋਈ ਹੋਰ ਲੀਗਲ ਪ੍ਰਕਿਰਿਆ ਦੇ ਵਿੱਚੋਂ ਲੰਬੀ ਚੋਂ ਨਿਕਲ ਕੇ ਕੋਈ ਚੀਜ਼ ਦਾ ਫੈਸਲਾ ਹੋਵੇ, ਉਹਨੂੰ ਵੀ ਇਹ ਬੜਾ ਵੱਡਾ ਅਚੀਵਮੈਂਟ ਦੇ ਤੌਰ ਦੇ ਉੱਤੇ ਪੇਸ਼ ਕਰ। ਇਹ ਕਰਕੇ ਖੋਖਲੀਆਂ ਗੱਲਾਂ ਮੁੱਖ ਮੰਤਰੀ ਦੇ ਲੈਵਲ ਦੇ ਉੱਤੇ ਤੇ ਇਦਾਂ ਦੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀ। ਕੋਈ ਪ੍ਰਾਪਤੀ ਕਰੋ, ਆਪਣਾ ਨਵਾਂ ਕੋਈ ਕੰਮ ਕਰੋ, ਸੂਬੇ ਦਾ ਅਸੀਂ ਸਵਾਗਤ ਕਰਾਂਗੇ, ਪਰ ਡਰਾਮੇਬਾਜ਼ੀ ਨਾਲ ਤਾਂ ਕੋਰਟ ਕੇਸ ਲੰਮਾ ਪੁਰਾਣਾ ਚੱਲਿਆ, ਸਾਰੇ ਬੜੀ ਦੇਰ ਤੋਂ ਚੱਲਦੀ ਪਈਆਂ। ਇਹਦੇ ਪਿਛਲੀਆਂ ਸਰਕਾਰਾਂ ਨੇ ਇਹਦੇ ਤੇ ਕੇਸ ਫਾਈਲ ਕੀਤੇ ਹੋਏ ਆ। ਇਸ ਕਰਕੇ ਕੋਈ ਫੈਸਲਾ ਹੋ ਜਾਂਦਾ ਕਿਸੇ ਚੀਜ਼ ਦਾ ਤੇ ਆ ਕੇ ਬੜੀ ਵੱਡੀ ਪ੍ਰਾਪਤੀ ਪੇਸ਼ ਕਰ ਦਿੰਦੇ। ਇਹ ਤਾਂ ਅਦਾਲਤਾਂ ਦੇ ਫੈਸਲੇ ਹੁੰਦੇ। ਇਹ ਸੀ ਅਜੀਤ ਦਾ ਵਿਸ਼ੇਸ਼ ਬੁਲੇਟਿਨ। ਹੋਰ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ।